Hello friends, welcome to Pahadi Boy Classes. ਨਰੈਣ ਅਮਲੀ ਗੰਗਾ ਨਹਾਉਣ ਗਿਆ ਤੇ ਪਾਨੋ ਨਾਂ ਦੀ ਇੱਕ ਜ਼ਨਾਨੀ ਲੈ ਆਇਆ। ਗਲੀ ਦੀਆਂ ਤੀਵੀਆਂ ਦਿਆਲੇ ਸੰਤੀ ਤੇ ਬਚਨੀ ਉਸ ਬਾਰੇ ਤਰ੍ਹਾਂ ਦੀਆਂ ਗੱਲਾਂ ਕਰ ਰਹੀਆਂ ਸਨ ਤੇ ਉਨ੍ਹਾਂ ਦਾ ਖਿਆਲ ਸੀ ਕਿ ਜਾਂ ਤਾਂ ਪਾਨੋ ਘਟੀਆ ਚਰਿੱਤਰ ਦੀ ਹੋਣ ਕਰਕੇ ਨਿਤ ਖਸਮ ਬਦਲਣ ਵਾਲੀ ਹੈ ਤੇ ਜਾਂ ਉਸ ਦੇ ਮਾਪਿਆਂ ਨੇ ਉਸ ਦੇ ਪੈਸੇ ਵੱਟ ਕੇ ਉਸ ਨੂੰ ਅਮਲੀ ਨਾਲ ਤੋਰਿਆ ਹੈ। ਪਰ ਮਗਰੋਂ ਸੰਤੀ ਨਾਲ ਹੋਈਆਂ ਪਾਨੋ ਦੀਆਂ ਗੱਲਾਂ ਤੋਂ ਪਤਾ ਲੱਗਾ ਕਿ ਉਸ ਦੇ ਪੇਕੇ ਪੁਲੀਕੀ ਕੋਟਲੇ ਸਨ, ਜਿਨ੍ਹਾਂ ਨੇ ਪੁੱਤਰ ਦੀ ਬਿਮਾਰੀ ਕਰਕੇ ਘਰ ਵਿੱਚ ਆਈ ਗਰੀਬੀ ਕਾਰਨ ਉਸ ਨੂੰ ਪੈਸੇ ਲੈ ਕੇ ਮੋਰਾਲੀ ਦੇ ਸਰਵਣ ਨਾਲ ਵਿਆਹ ਦਿੱਤਾ। ਪਰ ਉਸ ਸਰਵਣ ਤੇ ਭਰਾ ਉਸ ਉੱਪਰ ਮੈਲੀ ਨਜ਼ਰ ਰੱਖਦੇ ਸਨ। ਉਹ ਪਤੀ ਪਤਨੀ ਦੋਵੇਂ ਸਾਲ ਪਰ ਉਹਨਾਂ ਤੋਂ ਵੱਖ ਰਹੇ, ਪਰ ਇੱਕ ਦਿਨ ਪਾਣੀ ਦੀ ਵਾਰੀ ਤੋਂ ਝਗੜੇ ਕਾਰਨ ਸਰਵਣ ਨੂੰ ਉਸ ਦੇ ਭਰਾਵਾਂ ਨੇ ਅਜਿਹੇ ਕਸੂਤੇ ਥਾਂ ਸੱਟ ਮਾਰੀ ਕਿ 10ਵੇਂ ਦਿਨ ਉਹ ਮਰ ਗਿਆ। ਇਸ ਪਿੱਛੋਂ ਪਾਨੋ ਨੇ ਆਪਣੇ ਪਤੀ ਦੇ ਭਰਾਵਾਂ ਵਿੱਚੋਂ ਕਿਸੇ ਨਾਲ ਵਿਆਹ ਕਰਨਾ ਮਨਜ਼ੂਰ ਨਾ ਕੀਤਾ। ਪਾਨੋ ਨੂੰ ਆਪਣੇ ਨਾਲ ਬੀਤੀਆਂ ਪਿਛਲੀਆਂ ਗੱਲਾਂ ਕਰਕੇ ਰਾਤਾਂ ਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ। ਉਸ ਨੂੰ ਰਾਤ ਦੇ ਹਨੇਰੇ ਵਿੱਚ ਡਰ ਆਉਂਦਾ ਰਹਿੰਦਾ ਸੀ। ਹੁਣ ਉਸ ਨੂੰ ਨਰੈਣ ਦੇ ਘਰ ਵਸਦਿਆਂ ਵੀ 2 ਮਹੀਨੇ ਹੋ ਗਏ ਸਨ। ਇੱਕ ਰਾਤ ਜਦੋਂ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਤੇ ਉਹ ਮੁੜ ਕਿਸੇ ਗੱਲ ਨਾਲ ਸਰਵਣ ਦਾ ਨਾਂ ਜੋੜਦੀ ਰਹਿੰਦੀ ਸੀ ਤਾਂ ਨਰੈਣ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਹਾਲਾਂਕਿ ਪਾਨੋ ਉਸ ਤੋਂ ਕਿਸੇ ਤਰ੍ਹਾਂ ਵੀ ਅਸੰਤੁਸ਼ਟ ਨਹੀਂ ਸੀ ਤੇ ਨਰੈਣ ਵੀ ਚਾਹੁੰਦਾ ਸੀ ਕਿ ਉਹ ਉਸ ਨੂੰ ਛੱਡ ਕੇ ਨਾ ਜਾਵੇ, ਪਰ ਪਾਨੋ ਦੇ ਮਨ ਤੋਂ ਅਜੇ ਆਪਣੇ ਪਹਿਲੇ ਪਤੀ ਸਰਵਣ ਦੇ ਘਰ ਭੋਗੇ ਸੁੱਖਾਂ ਦੀ ਯਾਦ ਨਹੀਂ ਸੀ ਭੁੱਲੀ ਤਾਂ ਨਰੈਣੇ ਨੇ ਖਿੱਚ ਕੇ ਉਸ ਨੂੰ ਆਪਣੇ ਸਾਹਮਣੇ ਸਰਵਣ ਦਾ ਨਾਂ ਲੈਣ ਤੋਂ ਰੋਕ ਦਿੱਤਾ। ਪਾਨੋ ਨੇ ਨਰੈਣ ਦਾ ਘਰ ਹਰ ਤਰ੍ਹਾਂ ਸੁਧਾਰ ਦਿੱਤਾ। ਉਸ ਨੇ ਨਰੈਣ ਨੂੰ ਵੀ ਕਈ ਚੱਜ ਆਚਾਰ ਸਿਖਾ ਦਿੱਤੇ ਸਨ, ਪਰ ਉਹ ਅਮਲ ਨਹੀਂ ਸੀ ਛੱਡਦਾ। ਸੰਤੀ ਇਸ ਸੰਬੰਧ ਵਿੱਚ ਪਾਨੋ ਦੀ ਪ੍ਰਸ਼ੰਸਾ ਕਰਦੀ ਸੀ ਅਤੇ ਨਰੈਣ ਨੂੰ ਨਸ਼ੇ ਛੱਡਣ ਤੇ ਆਪਣੇ ਘਰ ਵਿੱਚ ਅਮਲੀਆਂ ਨੂੰ ਰਹਿੰਦੇ ਹਨ, ਪਰ ਨਰੈਣ ਨੇ ਇਸ ਗੱਲ ਦੀ ਪਰਵਾਹ ਨਾ ਕੀਤੀ ਅਤੇ ਉਹ ਉਲਟਾ ਸੰਤੀ ਨੂੰ ਇਕੱਠੇ ਕਰਨ ਤੋਂ ਰੋਕਦੀ ਸੀ। ਪਾਨੋ ਨੇ ਵੀ ਕਿਹਾ ਕਿ ਉਸ ਦੇ ਦੋਸਤ ਉਸ ਵੱਲ ਝਾਕਦੇ ਕਹਿੰਦਾ ਕਿ ਉਹ ਪਾਨੋ ਕਿਸੇ ਦੇ ਘਰ ਪਾਠ ਉੱਤੇ ਨਾ ਜਾਇਆ ਕਰੇ ਤੇ ਨਾ ਹੀ ਲੰਗਰ ਤੇ ਜੋੜਿਆਂ ਦੀ ਸੇਵਾ ਕਰੇ। ਇੰਨੇ ਨੂੰ ਦਿਆਲੇ ਦੇ ਆਵਾਜ਼ਾਂ ਮਾਰਨ ਉੱਤੇ ਸੰਤੀ ਉਸ ਕੋਲੋਂ ਚਲੀ ਗਈ। ਸੰਤੀ ਨੇ ਦਿਆਲੇ ਨੂੰ ਦੱਸਿਆ ਕਿ ਉਹ ਨਰੈਣ ਨੂੰ ਕਹਿਣ ਗਈ ਸੀ ਕਿ ਉਹ ਆਪਣੇ ਘਰ ਲੁੱਚੇ ਮੁੰਡਿਆਂ ਨੂੰ ਇਕੱਠੇ ਨਾ ਕਰਿਆ ਕਰੇ ਤਾਂ ਦਿਆਲੋ ਨੇ ਕਿਹਾ ਕਿ ਉਹ ਸਾਰੇ ਪਾਨੋ ਕਰਕੇ ਆਉਂਦੇ ਹਨ ਕਿਉਂਕਿ ਉਹ ਚੰਗੀ ਨਹੀਂ ਅਤੇ ਉਹ ਪਤਾ ਨਹੀਂ ਕਿੰਨੇ ਛੱਡ ਕੇ ਤੇ ਕਿੰਨੇ ਰੱਖ ਕੇ ਨਰੈਣ ਦੇ ਘਰ ਆਈ ਹੈ। ਉਸ ਨੇ ਹੋਰ ਕਿਹਾ ਕਿ ਬਹੁਤਾ ਗੁਰਦੁਆਰੇ ਤੇ ਪਾਠ ਉੱਤੇ ਜਾਣ ਵਾਲੀਆਂ ਇਹ ਜਿਹੀਆਂ ਹੀ ਹੁੰਦੀਆਂ ਹਨ। ਉਸ ਅਨੁਸਾਰ ਉਹ ਪਾਨੋ ਉਸ ਦੇ ਦਿਓਰ ਜਾਗਰ ਨੂੰ ਵੀ ਕੱਟ ਰਹੀ ਹੈ ਅਤੇ ਉਸ ਨੇ ਜਾਗਰ ਨੂੰ ਉਸ ਦੇ ਘਰ ਜਾਣ ਤੋਂ ਰੋਕਿਆ ਵੀ ਸੀ। ਇੰਨੇ ਨੂੰ ਜਾਗਰ ਆ ਗਿਆ ਤੇ ਉਹ ਦਿਆਲੇ ਦੇ ਵਿਰੋਧ ਦੇ ਬਾਵਜੂਦ ਭਤੀਜੇ ਦੀ ਸੱਟ ਉੱਪਰ ਬੰਨ੍ਹਣ ਲਈ ਨਰੈਣ ਦੇ ਘਰੋਂ ਕੌਲੀ ਵਿੱਚ ਪੁਆ ਕੇ ਸ਼ਰਾਬ ਲੈ ਆਇਆ। ਦਿਆਲੋ ਨੂੰ ਸ਼ੱਕ ਸੀ ਕਿ ਉਹ ਪਾਨੋ ਦੇ ਘਰ ਉਸ ਦਾ ਪੁੱਟਿਆ ਹੋਣ ਕਰਕੇ ਜਾਂਦਾ ਹੈ। ਉਸ ਦਿਨ ਰਾਤ ਪੈਂਦਿਆਂ ਹੀ ਜਾਗਰ ਨੇ ਨਰੈਣ ਦਾ ਬੂਹਾ ਖੜਕਾਇਆ। ਪਾਨੋ ਨੇ ਦੱਸਿਆ ਕਿ ਨਰੈਣ ਘਰ ਨਹੀਂ, ਪਰ ਉਹ ਉੱਪਰ ਚੁਬਾਰੇ ਵਿੱਚ ਚਲਾ ਗਿਆ। ਉਸ ਨੇ ਪਾਨੇ ਤੋਂ ਪਾਣੀ ਦੀ ਗੜਵੀ ਤੇ ਗਲਾਸ ਮੰਗਿਆ। ਪਾਨੋ ਨੇ ਉਸ ਨੂੰ ਕਿਹਾ ਕਿ ਉਹ ਨਰੈਣ ਦੇ ਘਰ ਆਏ ਤੇ ਆਵੇ, ਪਰ ਉਸ ਨੇ ਉਸ ਨੂੰ ਦੱਸਿਆ ਕਿ ਨਰੈਣ ਉਸ ਦਾ ਚਾਚਾ ਲੱਗਦਾ ਹੈ, ਪਰ ਆੜੀ ਹੋਣ ਕਰਕੇ ਉਹ ਉਸ ਨੂੰ ਆਪਣਾ ਭਰਾ ਹੀ ਸਮਝਦਾ ਹੈ। ਪਾਨੋ ਦੀ ਮਰਜ਼ੀ ਦੇ ਉਲਟ ਉਸ ਨੇ ਚੁਬਾਰੇ ਵਿੱਚ ਬੈਠ ਕੇ ਸ਼ਰਾਬ ਪੀਤੀ ਤੇ ਫਿਰ ਥੱਲੇ ਉਤਰ ਕੇ ਉਸ ਨੇ ਪਾਨੋ ਨਾਲ ਇਸ਼ਕ ਫੋਲਣਾ ਸ਼ੁਰੂ ਕੀਤਾ। ਪਾਨੋ ਨੇ ਉਸ ਨੂੰ ਅਜਿਹੀਆਂ ਗੱਲਾਂ ਕਰਨ ਤੋਂ ਵਰਜਿਆ, ਪਰ ਜਾਗਰ ਨੇ ਉਸ ਦੀ ਬਾਂਹ ਫੜ ਲਈ ਤੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ, ਪਰ ਮੱਝ ਦੇ ਸੰਗਲ ਖੜਕਾਉਣ ਉੱਤੇ ਜਾਗਰ ਨੇ ਸਮਝਿਆ ਕਿ ਨਰੈਣ ਆ ਗਿਆ ਹੈ। ਉਸ ਨੇ ਪਾਨੋ ਨੂੰ ਛੱਡ ਦਿੱਤਾ ਤੇ ਪਾਨੋ ਨੱਠ ਕੇ ਸੰਤੀ ਦੇ ਘਰ ਜਾ ਵੜੀ ਤੇ ਉਸ ਨੂੰ ਸਾਰੀ ਗੱਲ ਦੱਸੀ। ਸੰਤੀ ਜਾਗਰ ਨੂੰ ਸੋਧਣ ਲਈ ਡੰਡਾ ਚੁੱਕ ਕੇ ਆਈ। ਇੰਨੇ ਨੂੰ ਉਹ ਉੱਥੋਂ ਜਾ ਚੁੱਕਾ ਸੀ, ਪਰ ਬਚਨੀ ਸੰਤੀ ਦੀ ਇਸ ਗੱਲ ਨਾਲ ਸਹਿਮਤ ਨਾ ਹੋਈ ਕਿ ਜਾਗਰ ਮਾੜਾ ਹੈ ਤੇ ਪਾਨੋ ਚੰਗੀ। ਇਸ ਗੱਲ ਨੇ ਸੰਤੀ ਨੂੰ ਵੀ ਕੁਝ ਸ਼ਸ਼ੋਪੰਜ ਵਿੱਚ ਪਾ ਦਿੱਤਾ। ਉਸੇ ਦਿਨ ਨਰੈਣ ਆਪਣੇ ਜੋੜੀਦਾਰਾਂ ਨੂੰ ਲੈ ਕੇ ਖੂਹ ਉੱਤੇ ਸ਼ਰਾਬ ਪੀਣ ਚਲਾ ਗਿਆ, ਕਿਉਂਕਿ ਘਰ ਵਿੱਚ ਪਾਨੋ ਉਸ ਨਾਲ ਸ਼ਰਾਬ ਪੀਣ ਕਰਕੇ ਲੜਦੀ ਸੀ। ਬੰਤਾ ਪਾਨੋ ਦੇ ਵਿਰੁੱਧ ਬੋਲਿਆ, ਪਰ ਇੰਦਰ ਨੇ ਉਸ ਨੂੰ ਸਿਆਣੀ ਦੱਸਿਆ ਤੇ ਨਰੈਣ ਨੂੰ ਵੀ ਉਸ ਦੀ ਸ਼ਰਾਬ ਤੋਂ ਰੋਕਣ ਵਾਲੀ ਗੱਲ ਠੀਕ ਲੱਗਦੀ ਸੀ।
ਖੂਹ ਤੇ ਬੈਠ ਕੇ ਸ਼ਰਾਬ ਪੀਂਦੇ ਹੋਏ ਉਹ ਅਮਲੀਆਂ ਦੀਆਂ ਗੱਲਾਂ ਕਰਦੇ ਰਹੇ। ਇੰਨੇ ਨੂੰ ਜਾਗਰ ਉੱਥੇ ਆ ਗਿਆ ਤੇ ਉਹ ਨਰੈਣ ਨਾਲ ਇਕੱਲਿਆਂ ਗੱਲ ਕਰਨ ਬਾਰੇ ਕਹਿ ਕੇ ਉਸ ਨੂੰ ਪਿੰਡ ਵੱਲ ਲੈ ਤੁਰਿਆ। ਰਸਤੇ ਵਿੱਚ ਉਸਨੇ ਉਸ ਨੂੰ ਉਲਟਾ ਸਿਖਾ ਦਿੱਤਾ ਕਿ ਅੱਜ ਜਦੋਂ ਉਹ ਉਸ ਦੇ ਘਰ ਗਿਆ ਤਾਂ ਉਸ ਦੀ ਗੈਰ ਹਾਜ਼ਰੀ ਵਿੱਚ ਪਾਨੋ ਨੇ ਉਸ ਨੂੰ ਰੋਟੀ ਖਾਣ ਲਈ ਕਹਿੰਦਿਆਂ ਉਸ ਨਾਲ ਚਰਿੱਤਰਹੀਣ ਗੱਲਾਂ ਕੀਤੀਆਂ। ਉਹ ਇਸ ਕਰਕੇ ਉਸ ਨੂੰ ਪਹਿਲਾਂ ਦੱਸਣ ਆ ਗਿਆ ਹੈ ਤਾਂ ਜੋ ਪਾਨੋ ਫੱਫੇ ਕੁੱਟਣੀ ਉਸ ਨੂੰ ਉਸ ਦੇ ਵਿਰੁੱਧ ਕੁਝ ਹੋਰ ਨਾ ਕਹੇ। ਨਰੈਣ ਨੇ ਉਸ ਕੋਲੋਂ ਪਵਾ ਲੈ ਕੇ ਪੀਤਾ ਤੇ ਘਰ ਆ ਕੇ ਉਸਨੇ ਕੁੰਡਾ ਲਾ ਕੇ ਆਰ ਵਾਲੀ ਪੁਰਾਣੀ ਚੁੱਕ ਕੇ ਪਾਨੋ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਗਾਲਾਂ ਕੱਢਣ ਲੱਗਾ। ਪਾਨੋ ਹੈਰਾਨ ਸੀ ਤੇ ਉਸਨੇ ਉਸ ਦੇ ਹੱਥੋਂ ਪੁਰਾਣੀ ਖੋਹ ਲਈ ਅਤੇ ਨਾਲ ਹੀ ਭੱਜ ਕੇ ਬਾਹਰਲਾ ਬੂਹਾ ਖੋਲ੍ਹ ਦਿੱਤਾ। ਨਰੈਣ ਨੇ ਪੁਰਾਣੀ ਖੋਹ ਕੇ ਉਸ ਦੇ 2-3 ਹੋਰ ਮਾਰੀਆਂ। ਇੰਨੇ ਨੂੰ ਬਚਨੀ ਭੱਜ ਕੇ ਆ ਗਈ ਤੇ ਉਸਨੇ ਉਸ ਨੂੰ ਰੋਕ ਦਿੱਤਾ। ਨਰੈਣ ਅਜੇ ਵੀ ਚਈਆਂ ਲੈ ਰਿਹਾ ਸੀ। ਇੰਨੇ ਨੂੰ ਸੰਤੀ ਤੇ ਬਚਨੀ ਦਾ ਘਰ ਵਾਲਾ ਭਗਤ ਵੀ ਆ ਗਏ। ਉਹਨਾਂ ਉਸ ਪਾਨੋ ਨੂੰ ਮਾਰਨੋਂ ਰੋਕਿਆ। ਭਗੜਾ ਨੇ ਨਰੈਣ ਨੂੰ ਸਮਝਾਇਆ ਤੇ ਸੰਤੀ ਨੇ ਪਾਨੋ ਵਰਾਈ। ਲੋਕਾਂ ਦੇ ਜਾਣ ਮਗਰੋਂ ਨਰੈਣ ਰੋਟੀ ਖਾ ਕੇ ਮੰਜੇ ਉੱਪਰ ਪੈ ਗਿਆ ਤੇ ਪਾਨੇ ਆਪਣੀਆਂ ਜੱਟਾਂ ਨੂੰ ਲੰਗੜ ਨਾਲ ਸੇਕ ਦੇਣ ਲੱਗ ਪਈ। ਫਿਰ ਨਰੇਟ ਉੱਠ ਕੇ ਪਾਨ ਕੋਲ ਆ ਗਿਆ ਤੇ ਕਹਿਣ ਲੱਗਾ ਕਿ ਉਸਨੂੰ ਐਵੇਂ ਗੁੱਸਾ ਚੜ੍ਹ ਗਿਆ ਸੀ। ਪਾਨੇ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗ ਪਏ। ਫਿਰ ਨਰੈਣ ਦੇ ਕਹਿਣ ਤੇ ਪਾਨੇ ਮੰਜੇ ਉੱਤੇ ਪੈ ਗਈ ਤੇ ਉਹ ਉਸ ਨੂੰ ਲੋਗੜ ਤੱਤਾ ਕਰਕੇ ਦਿੰਦਾ ਰਿਹਾ। ਉਸਨੇ ਪਾਨੋ ਦੇ ਸਿਰ ਤੇ ਹੱਥ ਵੀ ਫੇਰਿਆ ਪਰ ਉਸਨੇ ਉਸ ਵੱਲ ਅੱਖ ਪੁੱਟ ਕੇ ਵੀ ਨਾ ਦੇਖਿਆ। ਨਰੈਣ ਨੇ ਉਸ ਨੂੰ ਕਿਹਾ ਕਿ ਉਹ ਗੁੱਸਾ ਨਾ ਕਰੇ। ਉਸਨੇ ਅਨੁਭਵ ਕੀਤਾ ਕਿ ਸ਼ਾਇਦ ਜਾਗਰ ਉਸ ਨੂੰ ਐਵੇਂ ਹੀ ਕਹਿੰਦਾ ਹੋਵੇ। ਪਾਨੋ ਨੇ ਉਸ ਨੂੰ ਮੰਜੇ ਉੱਤੇ ਪੈ ਜਾਣ ਲਈ ਕਿਹਾ। ਨਰੈਣ ਨੂੰ ਨੀਂਦ ਨਾ ਆਈ। ਉਸਨੇ ਉੱਠਦੇ ਦੁੱਧ ਗਰਮ ਕਰਕੇ ਵਿੱਚ ਘਿਓ ਪਾਇਆ ਤੇ ਪਾਨੋ ਨੂੰ ਪੀਣ ਲਈ ਕਿਹਾ। ਪਾਨੋ ਨੇ ਗਲਾਸ ਡਾਕਟਰ ਫੜਿਆ ਪਰ ਜਦੋਂ ਨਰੈਣ ਨੇ ਕਿਹਾ ਕਿ ਉਹ ਉਸ ਦੇ ਪੈਰੀਂ ਹੱਥ ਲਾਉਂਦਾ ਹੈ ਉਹ ਦੁੱਧ ਪੀ ਲਵੇ ਤਾਂ ਉਸਨੇ ਦੁੱਧ ਫੜ ਕੇ 2 ਘੁੱਟ ਪੀ ਲਿਆ ਤੇ ਉਹ ਰੋ ਪਈ। ਨਰੈਣ ਨੇ ਉਸ ਨੂੰ ਚੁੱਪ ਕਰਾਇਆ। ਕਈ ਦਿਨ ਪਾਨੋ ਬਾਹਰ ਨਾ ਨਿਕਲੀ। ਬਚਨੀ ਉਸ ਕੋਲ ਹਰ ਰੋਜ਼ 1-2 ਵਾਰੀ ਆਉਂਦੀ ਰਹੀ। ਬਚਨੀ ਨੇ ਉਸ ਨੂੰ ਆਪਣੇ ਪਤੀ ਦੁਆਰਾ ਆਪਣੇ ਨਾਲ ਕੀਤੇ ਬੁਰੇ ਸਲੂਕ ਵੀ ਤੇ ਸੰਤੀ ਨੇ ਆਪਣੀ ਸੀਤੋ ਨਾਲ ਉਸ ਦੇ ਪਤੀ ਦੁਆਰਾ ਬੁਰਾ ਸਲੂਕ ਕਰਨ ਦੀ ਗੱਲ ਸੁਣਾਈ। ਬਚਨੀ ਨੇ ਦਿਆਲੇ ਨੂੰ ਨਰੈਣ ਦੁਆਰਾ ਪਾਨੋ ਨੂੰ ਕੁੱਟਣ ਦੀ ਗੱਲ ਸੁਣਾਈ ਤੇ ਦਿਆਲੋ ਨੇ ਕਿਹਾ ਕਿ ਇਹੋ ਜਿਹੀ ਨਾਲ ਏਦਾਂ ਹੀ ਹੋਣੀ ਚਾਹੀਦੀ ਹੈ। ਉਸ ਨੂੰ ਯਕੀਨ ਸੀ ਕਿ ਪਾਨੋ ਚਾਲ ਚੱਲਣ ਦੀ ਚੰਗੀ ਨਹੀਂ, ਉਹ ਆਪਣੇ ਜਾਗਰ ਨੂੰ ਚੰਗਾ ਕਹਿ ਰਹੀ ਸੀ। ਪਾਨੇ ਨੇ ਸੰਤੀ ਨੂੰ ਆਪਣੇ ਬੀਤੇ ਜੀਵਨ ਬਾਰੇ ਦੱਸਿਆ ਕਿ ਸਰਵਣ ਦੇ ਮਰਨ ਮਗਰੋਂ ਜਦੋਂ ਉਹ ਆਪਣੇ ਪੇਕਿਆਂ ਦੇ ਰਹਿ ਰਹੀ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਬਾਪੂ ਉਸ ਨੂੰ ਮੁੜ ਵੇਚਣ ਨੂੰ ਫਿਰਦਾ ਹੈ। ਇਹ ਜਾਣ ਕੇ ਉਸ ਨੂੰ ਬੜਾ ਗੁੱਸਾ ਚੜਿਆ। ਫਿਰ ਉਸ ਨੂੰ ਪਤਾ ਲੱਗਾ ਕਿ ਉਸ ਨੇ ਤਾਂ ਕਿਸੇ ਨਾਲ ਗੱਲ ਵੀ ਪੱਕੀ ਕਰ ਲਈ ਹੈ ਤਾਂ ਉਹ ਬਹੁਤ ਬੇਚੈਨ ਰਹਿਣ ਲੱਗੀ। ਉਨੀ ਦਿਨੀ ਉਹ ਬਾਪੂ ਨੂੰ ਪੁੱਛ ਕੇ ਸੰਗਤ ਨਾਲ ਗੰਗਾ ਨਹਾਉਣ ਚਲੀ ਗਈ। ਉਸ ਨੇ ਦੱਸਿਆ ਕਿ ਉਹ ਗੰਗਾ ਵਿੱਚ ਡੁੱਬ ਜਾਣਾ ਚਾਹੁੰਦੀ ਸੀ ਤੇ ਉਸ ਨੇ ਸੁਣਿਆ ਸੀ ਕਿ ਡੁੱਬਣ ਵਾਲਾ ਗੰਗਾ ਮਾਈ ਤੋਂ ਜੋ ਮੰਗੇ ਉਸ ਨੂੰ ਮਿਲ ਜਾਂਦਾ ਹੈ। ਸੰਤੀ ਦੇ ਪੁੱਛਣ ਤੇ ਉਸ ਨੇ ਦੱਸਿਆ ਉਹ ਗੰਗਾ ਮਾਈ ਤੋਂ ਇੱਕ ਵਾਰੀ ਸਰਵਣ ਦਾ ਮਿਲਾਪ ਮੰਗਣਾ ਚਾਹੁੰਦੀ ਸੀ। ਸੰਤੀ ਨੇ ਕਿਹਾ ਕਿ ਉਸ ਦਾ ਮਰੇ ਹੋਏ ਸਰਵਣ ਨੂੰ ਬਹੁਤਾ ਯਾਦ ਕਰਨਾ ਚੰਗਾ ਨਹੀਂ। ਪਰ ਪਾਨੇ ਕਹਿਣ ਲੱਗੀ ਕਿ ਉਹ ਭਾਵੇਂ ਭੂਤ ਬਣ ਕੇ ਹੀ ਦਿਸੇ ਪਰ ਇੱਕ ਵਾਰੀ ਦਿਸੇ ਜ਼ਰੂਰ। ਪਾਨੇ ਨੇ ਅੱਗੇ ਗੱਲ ਤੋਰਦਿਆਂ ਦੱਸਿਆ ਕਿ ਉਸਨੇ ਆਪਣੀ ਨੀਂਦ ਭਰਨ ਲਈ ਪਹਿਲਾਂ ਰੱਜ ਕੇ ਕੜਾਹ ਪੂਰੀਆਂ ਖਾਧੀਆਂ ਤੇ ਫਿਰ ਬੱਤਾ ਪੀਤਾ। ਇਸ ਪਿੱਛੋਂ ਉਸਨੇ ਖਾਲੀ ਜਿਹੀ ਥਾਂ ਦੇਖ ਕੇ ਦਰਿਆ ਵਿੱਚ ਛਾਲ ਮਾਰ ਦਿੱਤੀ। ਪਰ ਨਰੈਣ ਜਿਹੜਾ ਉਸਨੂੰ ਕਿਤੇ ਦੇਖ ਰਿਹਾ ਸੀ ਦੇ ਰੌਲਾ ਪਾਉਣ ਉੱਤੇ 2 ਮੁੰਡੇ ਉਸਨੂੰ ਬਾਹਰ ਕੱਢ ਲਿਆਏ। ਇੰਨੇ ਨੂੰ ਇੱਕ ਸਿਪਾਹੀ ਉੱਥੇ ਆ ਕੇ ਉਸਨੂੰ ਆਤਮ ਘਾਤ ਦੇ ਦੋਸ਼ ਵਿੱਚ ਥਾਣੇ ਚੱਲਣ ਲਈ ਕਹਿਣ ਲੱਗਾ ਪਰ ਨਰੈਣ ਨੇ ਉਸਨੂੰ 2 ਰੁਪਏ ਦੇ ਕੇ ਕਿਹਾ ਕਿ ਉਹ ਉਸ ਦੀ ਪਤਨੀ ਹੈ ਤੇ ਉਸਦਾ ਐਵੇਂ ਪੈਰ ਤਿਲਹਕ ਗਿਆ ਸੀ। ਜਦੋਂ ਨਰੈਣ ਨੂੰ ਪਤਾ ਲੱਗਾ ਕਿ ਉਸਦਾ ਕੋਈ ਘਰ ਕਾਟ ਨਹੀਂ ਤਾਂ ਉਸਨੇ ਉਸਨੂੰ ਨਾਲ ਚੱਲਣ ਲਈ ਕਿਹਾ। ਪਾਨੋ ਨੇ ਇਹ ਸਮਝ ਕੇ ਕਿ ਨਰੈਣ ਉਸ ਨੂੰ ਗੰਗਾ ਮਾਈ ਨੇ ਦਿੱਤਾ ਹੈ ਉਸ ਦੇ ਨਾਲ ਤੁਰ ਪਈ। ਪਰ ਹੁਣ ਉਸ ਦੇ ਚਿੱਤ ਵਿੱਚ ਆਉਂਦਾ ਸੀ ਜੇਕਰ ਉਦੋਂ ਉਹ ਡੁੱਬ ਜਾਂਦੀ ਤਾਂ ਵਧੇਰੇ ਚੰਗਾ ਸੀ। ਪਰ ਸੰਤੀ ਨੇ ਕਿਹਾ ਕਿ ਸ਼ਾਇਦ ਰੱਬ ਨੇ ਇਸ ਪਿੰਡ ਵਿੱਚ ਉਸ ਦੀ ਜੜ ਲਾਉਣੀ ਹੋਵੇ ਤਾਂ ਹੀ ਉਹ ਬਚੀ ਹੈ। ਭਾਨ ਕਹਿਣ ਲੱਗੀ ਕਿ ਅਮਲੀ ਤੋਂ ਤਾਂ ਬੈਠ ਕੇ ਉੱਠ ਨਹੀਂ ਹੁੰਦਾ, ਉਹਨਾਂ ਦੇ ਬੱਚਾ ਕੀ ਹੋਣਾ ਹੈ।
ਫਿਰ ਉਸਨੇ ਦੱਸਿਆ ਹੈ ਕਿ ਉਸਨੂੰ ਕਦੇ-ਕਦੇ ਨੇਰੇ ਸਵੇਰੇ ਪੈਰ ਚਾਪ ਜਿਹੀ ਸੁਣਦੀ ਹੈ, ਸ਼ਾਇਦ ਨਰੈਣ ਦੇ ਕਿਸੇ ਵੱਡੇ ਵਡੇਰੇ ਦੀ ਰੂਹ ਫਿਰਦੀ ਹੋਵੇ। ਇਹ ਸੁਣ ਕੇ ਸੰਤੀ ਉਸ ਰਾਤ ਖਵਾਉਣ ਲਈ ਕਹਿੰਦੀ ਹੈ। ਇਸ ਪਿੱਛੋਂ ਪਾਨੋ ਨੇ ਇੱਕ ਜਟਾਂ ਵਾਲੇ ਸਾਧੂ ਨੂੰ ਖੈਰ ਪਾਈ ਜੋ ਕਿ ਮੋਰਾਲੀ ਵੀ ਆਉਂਦਾ ਹੁੰਦਾ ਸੀ। ਫਿਰ ਕੁਝ ਗੱਲਾਂ ਮਗਰੋਂ ਪਾਨੋ ਸੰਤੀ ਦਾ ਸਿਰ ਫੋਲਣ ਲੱਗ ਪਈ ਤੇ ਨਾਲ ਹੀ ਉਹ ਗਾਉਣ ਲੱਗ ਪਈ। ਸੰਤੀ ਨੇ ਉਸ ਦੇ ਗਾਉਣ ਨੂੰ ਬਹੁਤ ਚੰਗਾ ਕਿਹਾ। ਇਸ ਪਿੱਛੋਂ ਉਹ ਕੁਝ ਇੱਧਰ-ਉੱਧਰ ਦੀਆਂ ਗੱਲਾਂ ਕਰਦੀਆਂ ਰਹੀਆਂ ਤੇ ਪੱਬਾ ਨੇ ਦੱਸਿਆ ਕਿ ਗੁਰੂ ਘਰ ਨਾਲ ਉਸ ਦਾ ਪ੍ਰੇਮ ਉਸ ਦੀ ਮਾਂ ਨੇ ਪਾਇਆ ਸੀ, ਪਰ ਸਰਵਣ ਦੇ ਮਰਨ ਮਗਰੋਂ ਉਸ ਦਾ ਵਿਸ਼ਵਾਸ ਕੁਝ ਡੋਲ ਗਿਆ ਹੈ। ਕਣਕ ਪੱਕਣ ਦਾ ਮੌਸਮ ਸੀ। ਪਾਨੋ ਨੇ ਨਰੈਣ ਨੂੰ ਕਿਹਾ ਕਿ ਉਹ ਐਤਕੀ ਸਿਰੀ ਰਲਾ ਕੇ ਖੇਤੀ ਕਰ ਲੈਣ, ਪਰ ਵਿਹਲੜ ਤੇ ਕੰਮਚੋਰ ਨਰੈਣ ਨਾ ਮੰਨਿਆ। ਉਸ ਨੇ ਕਿਹਾ ਕਿ 2 ਜੀਆਂ ਜੋਗੇ ਪੈਸੇ ਵਟਾਈ ਦੇ ਹੀ ਆ ਜਾਂਦੇ ਹਨ। ਪਾਨੋ ਨੇ ਕਿਹਾ ਕਿ ਬੇਸ਼ੱਕ ਉਹਨਾਂ ਦਾ ਟੱਬਰ ਨਹੀਂ, ਪਰ ਉੱਪਰੋਂ ਬੁਢਾਪਾ ਆ ਰਿਹਾ ਹੈ, 4 ਪੈਸੇ ਕੋਲ ਹੋਣ ਤਾਂ ਚੰਗੇ ਹੁੰਦੇ ਹਨ। ਪਰ ਨਰੈਣ ਨੇ ਕਿਹਾ ਕਿ ਜਿਸ ਨੇ ਪੈਦਾ ਕੀਤਾ ਹੈ ਆਪੇ ਰੋਟੀ ਦੇਵੇਗਾ। ਉਸ ਨੂੰ ਤਾਂ ਇਹ ਗੱਲ ਵੀ ਚੰਗੀ ਨਹੀਂ ਲੱਗਦੀ ਕਿ ਪਾਨੇ ਘਰ ਨੂੰ ਸਵਾਰਨ ਤੇ ਲਿਪਣ ਪੋਚਣ ਦੇ ਕੰਮ ਵਿੱਚ ਲੱਗੀ ਰਹੇ। ਉਸ ਨੂੰ ਤਾਂ ਧੋਤੇ ਕੱਪੜੇ ਪਾਉਣ ਦੀ ਵੀ ਜ਼ਰੂਰਤ ਨਹੀਂ ਸੀ ਜਾਪਦੀ, ਜਦ ਕਿ ਪਾਨੋ ਉਸ ਨੂੰ ਹੱਡ-ਮੇਲ ਤੇ ਜੂਆਂ ਪਾ ਕੇ ਕੱਪੜੇ ਲਾਹੁਣ ਤੋਂ ਵਰਜਦੀ ਹੋਈ ਧੋਤੇ ਕੱਪੜੇ ਪਾਉਣ ਲਈ ਕਹਿੰਦੀ। ਨਰੈਣ ਨੂੰ ਤਾਂ ਪਾਨੇ ਦਾ ਪਾਠ ਕਰਨਾ ਵੀ ਚੰਗਾ ਸੀ ਲੱਗਦਾ। ਪਾਨੋ ਨੂੰ ਵੀ ਅਜੇ ਤੱਕ ਸਰਵਣ ਤੇ ਉਸ ਨਾਲ ਮਾਣੇ ਸੁੱਖ ਨਹੀਂ ਸਨ ਭੁੱਲੇ। ਉਸ ਨੇ ਖਰਬੂਜ਼ੇ ਵੇਚਣ ਵਾਲੀ ਸਹਿਰਾ ਅਰਾਇਣ ਤੋਂ ਉਹਨਾਂ ਦੇ ਘਰ ਦਾ ਹਾਲ ਚਾਲ ਪੁੱਛਿਆ। ਉਸ ਨੇ ਉਸ ਨੂੰ ਉਹਨਾਂ ਦੀ ਪਰਵਾਹ ਨਾ ਕਰਨ ਲਈ ਕਿਹਾ। ਇਸ ਗੱਲ ਨੇ ਉਸ ਦਾ ਮਨ ਖਰਾਬ ਕਰ ਦਿੱਤਾ। ਪਾਨ ਨਰੈਣ ਦੀਆਂ ਆਦਤਾਂ ਸੁਧਾਰਨ ਦਾ ਯਤਨ ਕਰਦੀ ਰਹਿੰਦੀ। ਉਸ ਨੇ ਉਸ ਨੂੰ ਕਿਹਾ ਕਿ ਉਹ ਯੂ.ਪੀ. ਵਿੱਚ ਰਹਿੰਦੀ ਆਪਣੀ ਭੈਣ ਕਰਤਾਰੀ ਨੂੰ ਖਰਚੇ ਦੀ ਚਿੰਤਾ ਕੀਤੇ ਬਗੈਰ ਮਿਲ ਕੇ ਆਵੇ। ਫਿਰ ਉਹ ਪੀਣ ਲਈ ਸੁੱਕਣੇ ਪਈ ਕਣਕ ਨੂੰ ਮੁੜ ਖਾਣ ਲਈ ਗਲੀ ਵਿੱਚੋਂ ਆਉਂਦੇ ਵੱਡੇ ਮਗਰ ਦੌੜ ਕੇ ਪਿੰਡ ਦੀ ਸੱਥ ਤੀਕ ਪਹੁੰਚ ਗਈ। ਉਸ ਦੇ ਤੇੜ ਘੱਗਰਾ ਨਾ ਦੇਖ ਕਵਰਿਆਮ ਦੀ ਧਨ ਕੌਰ ਨੇ ਉਸ ਨੂੰ ਇੱਕ ਦੇ ਮਖੌਲ ਕੀਤੇ ਤੇ ਕਿਹਾ, ਜਦੋਂ ਹੋਰ ਸਾਲ 6 ਮਹੀਨਿਆਂ ਤੀਕ ਇਸ ਧਰਤੀ ਨੇ ਉਸ ਨੂੰ ਆਮਣ ਪਾ ਲਏ ਤਾਂ ਫਿਰ ਉਸ ਨੂੰ ਚੇਤਾ ਰਿਹਾ ਕਰੇਗਾ ਹਰ ਇੱਕ ਗੱਲ ਦਾ। ਘਰ ਨੂੰ ਵਾਪਸ ਆਉਂਦਿਆਂ ਉਸ ਨੂੰ ਲਾਬੇ ਦੇ ਇੰਦਰ ਨੇ ਅੱਖ ਮਾਰੀ ਤੇ ਉਹ ਉਸ ਦੇ ਕੋਲੋਂ ਕਾਹਲੀ ਨਾਲ ਲੰਘ ਕੇ ਘਰ ਆ ਪਹੁੰਚੀ ਤੇ ਰਸਤੇ ਵਿੱਚ ਠੋਕਰ ਵੱਜਣ ਨਾਲ ਉਸ ਦੇ ਪੈਰ ਦਾ ਅੰਗੂਠਾ ਟੁੱਟ ਗਿਆ। ਉਹ ਚਾਹੁੰਦੀ ਸੀ ਕਿ ਉਹ ਇੰਦਰ ਦੀ ਗੱਲ ਨਰੈਣ ਨੂੰ ਜੇ, ਪਰ ਉਹ ਇਹ ਸੋਚ ਕੇ ਚੁੱਪ ਕਰ ਗਈ ਕਿ ਉਹ ਉਸ ਦਾ ਕੀ ਕਰ ਲਵੇਗਾ। ਉਹ ਫਿਰ ਘਰ ਦੇ ਕੰਮਾਂ ਵਿੱਚ ਲੱਗ ਗਈ, ਪਰ ਉਸ ਨੂੰ ਚੇਤਾ ਆਇਆ ਕਿ ਉਹ ਨਰੈਣ ਦੀ ਪੱਗ ਖੂਹ ਉੱਤੇ ਹੀ ਭੁੱਲ ਗਈ ਹੈ। ਪੱਗ ਦੇ ਚੋਰੀ ਹੋ ਜਾਣ ਤੋਂ ਡਰਦੀ ਉਹ ਖੂਹ ਵੱਲ ਤੁਰ ਪਈ, ਕਿਉਂਕਿ ਅਜੇ ਬਹੁਤਾ ਹਨੇਰਾ ਨਹੀਂ ਸੀ ਹੋਇਆ। ਜਦੋਂ ਉਹ ਪੱਗ ਲੈ ਕੇ ਵਾਪਸ ਮੁੜਨ ਲੱਗੀ ਤਾਂ ਜਾਗਰ ਨੇ ਖੰਗੂਰਾ ਮਾਰਿਆ। ਪਾਨੋ ਡਰ ਗਈ। ਜਾਗਰ ਨੇ ਕਿਹਾ ਕਿ ਉਹ ਡਰੇ ਨਾ, ਕਿਉਂਕਿ ਉਹ ਉਸ ਨੂੰ ਕੁਝ ਨਹੀਂ ਕਰੇਗਾ। ਉਸ ਨੇ ਉਸ ਨੂੰ ਕਿਹਾ ਕਿ ਉਸ ਨੂੰ ਇਸ ਗੱਲ ਦਾ ਬਹੁਤ ਦੁੱਖ ਹੈ ਕਿ ਉਦੋਂ ਨਰੈਣ ਨੇ ਉਸ ਨੂੰ ਕੁੱਟਿਆ ਸੀ। ਉਸ ਨੇ ਕਿਹਾ ਕਿ ਉਹ ਭਾਵੇਂ ਉਸ ਦੀ ਜਾਨ ਲੈ ਲਵੇ, ਪਰ ਉਸ ਨਾਲ ਗੁੱਸੇ ਹੋ ਕੇ ਨਾ ਰਹੇ। ਉਸ ਨੇ ਕਿਹਾ ਕਿ ਸਰਵਣ ਦਾ ਆੜੀ ਹੋਣ ਕਰਕੇ ਹੀ ਉਹ ਉਸ ਦਾ ਇੰਨਾ ਖਿਆਲ ਰੱਖਦਾ ਹੈ। ਉਸ ਨੇ ਕਿਹਾ ਕਿ ਜਦੋਂ ਦਾ ਉਸ ਨੇ ਉਸ ਨੂੰ ਦੇਖਿਆ ਹੈ ਉਸ ਦਾ ਕਾਲਜਾ ਇਹ ਸੋਚ ਕੇ ਬਹੁਤ ਖਸਦਾ ਹੈ ਕਿ ਕਿੱਥੇ ਅਮਲੀ ਤੇ ਕਿੱਥੇ ਉਹ। ਪਾਨੋ ਨੇ ਗੁੱਸੇ ਨਾਲ ਜਾਣਾ ਚਾਹਿਆ, ਪਰ ਜਾਗਰ ਨੇ ਉਸ ਅੱਗੇ ਆਪਣਾ ਦਿਲ ਫੋਲਦਿਆਂ ਕਿਹਾ ਕਿ ਉਹ ਉਸ ਨਾਲ ਬੰਬਈ ਨੂੰ ਚਲੀ ਚਲੇ, ਜਿੱਥੇ ਕਿਸੇ ਨੂੰ ਪਤਾ ਨਹੀਂ ਲੱਗੇਗਾ ਕਿ ਉਹ ਕਿੱਥੇ ਚਲੇ ਗਏ ਹਨ। ਪਾਨੋ ਇਸ ਗੱਲ ਲਈ ਨਾ ਮੰਨੀ। ਫਿਰ ਉਸ ਨੇ ਪਾਨੋ ਦਾ ਹੱਥ ਪੋਲੇ ਜਿਹੇ ਫੜਦਿਆਂ ਕਿਹਾ ਕਿ ਕੀ ਉਸ ਨੂੰ ਕੋਈ ਧੀ ਪੁੱਤ ਨਹੀਂ ਚਾਹੀਦਾ, ਕਿ ਉਹ ਜੱਗ ਤੋਂ ਐਵੇਂ ਹੀ ਚਲੀ ਜਾਵੇਗੀ। ਇਸ ਸਮੇਂ ਪਾਨੋ ਦਾ ਜਾਗਰ ਦੇ ਗਲ ਲੱਗ ਕੇ ਰੋਣ ਨੂੰ ਦਿਲ ਕੀਤਾ ਤੇ ਉਸ ਨੇ ਆਪਣਾ ਹੱਥ ਜਾਗਰ ਦੇ ਹੱਥ ਵਿੱਚੋਂ ਨਾ ਖਿੱਚਿਆ। ਜਾਗਰ ਨੇ ਉਸ ਨੂੰ ਕਿਹਾ ਕਿ ਉਸ ਦੀ ਜਿਵੇਂ ਮਰਜ਼ੀ ਹੈ ਕਰੇ, ਪਰ ਉਹ ਉਸ ਨੂੰ ਮਿਲਦੀ ਜ਼ਰੂਰ ਰਿਹਾ ਕਰੇ। ਜਦੋਂ ਪਾਨੋ ਨੇ ਚੰਗਾ ਕਿਹਾ ਤਾਂ ਜਾਗਰ ਨੇ ਅੱਗੋਂ ਉਸ ਨੂੰ ਕੱਲ ਫਿਰ ਮਿਲਣ ਲਈ ਸਰਵਣ ਦੀ ਸਹੁੰ ਪਾ ਦਿੱਤੀ ਤੇ ਕਿਹਾ ਕਿ ਉਹ ਉਸ ਦੀ ਮਰਜ਼ੀ ਤੋਂ ਬਿਨਾਂ ਉਸ ਨੂੰ ਕੁਝ ਨਹੀਂ ਕਹੇਗਾ। ਘਰ ਮੁੜੀ ਆਉਂਦੀ ਪਾਨੋ ਸੋਚ ਰਹੀ ਸੀ ਕਿ ਉਸਨੇ ਸਰਵਣ ਦੀ ਝੂਠੀ ਸਹੁੰ ਕਾਹਨੂੰ ਖਾਣੀ ਸੀ। ਇੱਕ ਦਿਨ ਸ਼ਾਮ ਵੇਲੇ ਕਰਤਾਰੀ ਆ ਗਈ। ਉਸ ਦੇ ਨਰੈਣ ਨਾਲ ਮਿਲਦੇ ਮੁੜੰਗੇ ਤੋਂ ਪਛਾਣ ਕੇ ਪਾਨੋ ਨੇ ਉਸ ਨੂੰ ਮੱਥਾ ਟੇਕਿਆ।
ਕਰਤਾਰੀ ਨੇ ਉਸ ਨੂੰ ਅਸੀਸਾਂ ਦਿੱਤੀਆਂ ਤੇ ਨਰੈਣ ਦਾ ਹਾਲ ਚਾਲ ਪੁੱਛਦਿਆਂ ਕਿਹਾ ਕਿ ਉਸ ਨੇ ਮਿਲਣਾ ਤਾਂ ਇੱਕ ਪਾਸੇ ਰਿਹਾ, ਕਦੇ ਖਤ ਵੀ ਨਹੀਂ ਪਾਇਆ। ਪਾਨੋ ਨੇ ਉਸ ਨੂੰ ਦੁੱਧ ਦਾ ਛੰਨਾ ਪੀਣ ਲਈ ਦਿੱਤਾ। ਪਾਨੋ ਨੂੰ ਦੇਖ ਕੇ ਕਰਤਾਰੀ ਖੁਸ਼ ਸੀ ਕਿ ਉਸ ਦੇ ਭਰਾ ਦਾ ਘਰ ਤਾਂ ਵਸਿਆ ਹੈ। ਇੰਨੇ ਨੂੰ ਨਰੈਣ ਵੀ ਆ ਗਿਆ। ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੋਏ। ਕਰਤਾਰੀ ਨੇ ਦੱਸਿਆ ਕਿ ਉਸਨੇ ਆਪਣੀ ਬੀਬੋ ਗੁਆਰੇ ਮੰਗੀ ਹੈ ਤੇ ਉਹ ਉਸ ਦੇ ਘਰ ਵਿਆਹ ਕਰਨ ਲਈ ਆਈ ਹੈ ਅਤੇ ਵਿਆਹ ਵਿੱਚ 1.25 ਮਹੀਨਾ ਪਿਆ ਹੈ। ਪਾਨੋ ਇਹ 1.25 ਮਹੀਨਾ ਵਿਆਹ ਦੇ ਕੰਮਾਂ ਵਿੱਚ ਰੁੱਝੀ ਰਹੀ। ਕਰਤਾਰੀ ਉਸ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੀ। ਆਖਰ ਵਿਆਹ ਹੋ ਗਿਆ ਤੇ ਕੁੜੀ ਨੂੰ ਵਿਦਾ ਕਰ ਦਿੱਤਾ। ਵਿਦਾਇਗੀ ਮਗਰੋਂ ਮੇਲਣਾ ਨੱਚਣ ਲੱਗ ਪਈਆਂ। ਇੱਕ ਨੇ ਪਾਨੋ ਨੂੰ ਫੜ ਕੇ ਨੱਚਣ ਲਾ ਦਿੱਤਾ ਤੇ ਉਹ ਖੂਬ ਬੋਲੀਆਂ ਪਾ ਕੇ ਨੱਚੀ। ਅਗਲੇ 4 ਕੁ ਦਿਨਾਂ ਵਿੱਚ ਸਾਰੇ ਵਿਦਾ ਹੋ ਗਏ। ਕਰਤਾਰੀ ਨੇ ਵਿਦਾ ਹੁੰਦਿਆਂ ਨਰੈਣ ਤੇ ਪਾਨੋ ਨੂੰ ਆਪਣੇ ਕੋਲ ਆਉਣ ਲਈ ਕਿਹਾ। ਉਹਨਾਂ ਸੰਧਾਰਾ ਲੈ ਕੇ ਆਉਣ ਦਾ ਬਚਨ ਦਿੱਤਾ। ਨਰੈਣ ਕਰਤਾਰੀ ਨੂੰ ਸਟੇਸ਼ਨ ਤੀਕ ਛੱਡਣ ਚਲਾ ਗਿਆ ਤੇ ਪਾਨੋ ਸੂਈ ਕੋਲੋਂ ਮੁੜ ਪਈ ਤੇ ਘਰ ਜਾਣ ਤੋਂ ਪਹਿਲਾਂ ਉਹ ਸੰਤੀ ਕੋਲ ਚਲੀ ਗਈ। ਸੰਤੀ ਨੇ ਉਸ ਦੁਆਰਾ ਕੀਤੇ ਵਿਆਹ ਦੇ ਕੰਮ ਦੀ ਪ੍ਰਸ਼ੰਸਾ ਕੀਤੀ। ਗੱਲਾਂ ਵਿੱਚ ਜਦੋਂ ਪਾਨੋ ਨੇ ਦੱਸਿਆ ਕਿ ਆਪਣੇ ਵਿਆਹ ਪਿੱਛੋਂ ਤੁਰੰਤ ਸਮੇਂ ਜਦੋਂ ਰੋਈ ਸੀ ਤਾਂ ਸਰਵਣ ਵੀ ਰੋ ਪਿਆ ਸੀ। ਸੰਤੀ ਨੇ ਉਸ ਨੂੰ ਮਰਿਆਂ ਨਾਲ ਪ੍ਰੀਤ ਰੱਖਣ ਤੋਂ ਵਰਜਿਆ। ਸੰਤੀ ਨੇ ਉਸ ਨੂੰ ਕਿਹਾ ਕਿ ਉਹ ਉਸ ਨਾਲ ਪਟਿਆਲੇ ਚੱਲ ਕੇ ਪੰਚਮੀ ਤੇ ਜਾ ਕੇ ਸੁੱਖ ਕੇ ਆਵੇ ਕਿ ਜੇ ਅਗਲੇ ਵਰੇ ਜਦੋਂ ਉਹ ਮੁੜ ਕੇ ਉੱਥੇ ਆਉਣ ਤਾਂ ਉਸ ਦੀ ਗੋਦੀ ਵਿੱਚ ਇੱਕ ਬੱਚਾ ਹੋਵੇ। ਉਸ ਨੇ ਪਾਨੋ ਨੂੰ ਇਹ ਵੀ ਕਿਹਾ ਕਿ ਉਹ ਕਿਸੇ ਦਾਈ ਦੂਈ ਨੂੰ ਦਿਖਾਵੇ, ਪਰ ਪਾਨੋ ਨੇ ਇਸ ਵਿੱਚ ਕੋਈ ਦਿਲਚਸਪੀ ਜ਼ਾਹਰ ਨਾ ਕੀਤੀ। ਸੰਤੀ ਨੇ ਕਿਹਾ ਕਿ ਬੱਚੇ ਤੋਂ ਬਿਨਾਂ ਤੀਵੀਂ ਜਹੀ ਜਗ ਤੇ ਆਈ ਤਹੀ ਨਾ ਆਈ। ਕੁਝ ਹੋਰ ਗੱਲਾਂ ਕਰਨ ਮਗਰੋਂ ਸੰਤੀ ਨੇ ਪਾਨੋ ਨੂੰ ਦੱਸਿਆ ਕਿ ਵਿਆਹ ਵਿੱਚ ਕਰਤਾਰੀ ਦੇ ਪ੍ਰਾਹੁਣੇ ਦਾ ਭਰਾ ਹਰੀਆ ਆਇਆ ਹੋਇਆ ਸੀ। ਉਸ ਦੀ ਇੱਕ ਸਾਲੀ ਚੰਗੀ ਨਾ ਹੋਣ ਕਰਕੇ ਘਰ ਬੈਠੀ ਹੈ, ਕਿਉਂਕਿ ਉਸਨੇ ਵਿਆਹ ਤੋਂ 7ਵੇਂ ਮਹੀਨੇ ਇੱਕ ਮੁੰਡੇ ਨੂੰ ਜਨਮ ਦੇ ਦਿੱਤਾ ਸੀ। ਬੇਸ਼ੱਕ ਉਹ ਮੁੰਡਾ 2 ਮਹੀਨਿਆਂ ਮਗਰੋਂ ਮਰ ਗਿਆ ਸੀ, ਪਰ ਅਗਲੇ ਉਸ ਨੂੰ ਲੈਣ ਨਹੀਂ ਆਏ। ਸੰਤੀ ਨੇ ਦੱਸਿਆ ਕਿ ਉਸ ਨੂੰ ਆਪਣੇ ਪਤੀ ਤੋਂ ਪਤਾ ਲੱਗਾ ਹੈ ਕਿ ਉਹ ਨਰੈਣ ਨਾਲ ਗੰਢ-ਤੁਪ ਕਰਦਾ ਸੀ ਕਿ ਪਾਨੋ ਨੂੰ ਤਾਂ ਕੋਈ ਬੱਚਾ ਹੋਣਾ ਨਹੀਂ, ਉਹ ਉਸ ਨੂੰ ਲੈ ਆਵੇ ਤੇ 600 ਰੁਪਏ ਵਿੱਚ ਗੱਲ ਪੱਕੀ ਹੋ ਗਈ ਹੈ। ਇਹ ਸੁਣ ਕੇ ਪਾਨੋ ਡੌਰ ਭੌਰ ਹੋ ਗਈ। ਸੰਤੀ ਨੇ ਉਸ ਨੂੰ ਆਪਣਾ ਨਾਂ ਲੈਣ ਤੋਂ ਰੋਕਿਆ ਤੇ ਉਹ ਆਪਣੇ ਘਰ ਤੁਰ ਗਈ। ਅਗਲੀ ਸਵੇਰੇ ਨਰੈਣ ਦੀ ਅੱਖ ਖੁੱਲੀ ਤਾਂ ਉਸਨੇ ਦੇਖਿਆ ਕਿ ਪਾਨੋ ਅਜੇ ਵੀ ਮੰਜੇ ਉੱਤੇ ਪਈ ਸੀ। ਉਸਨੇ ਪਾਨੋ ਨੂੰ ਜਗਾਇਆ। ਉਸਨੇ ਕਾਹਲੀ ਨਾਲ ਉੱਠ ਕੇ ਘਰ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੀਆਂ ਬਾਹਾਂ ਥੱਕੀਆਂ ਹੋਣ ਬਾਰੇ ਦੱਸ ਕੇ ਨਰੈਣ ਨੂੰ ਦੁੱਧ ਰਿੜਕਣ ਲਈ ਕਿਹਾ। ਫਿਰ ਉਸਨੇ ਮੱਝ ਦੀ ਧਾਰ ਕੱਢੀ। ਮੱਝ ਨੇ ਧਾਰਾ ਨਾ ਮਿਲਣ ਕਰਕੇ ਲੱਤ ਮਾਰ ਕੇ ਦੁੱਧ ਡੋਲ ਦਿੱਤਾ। ਇਹ ਦੇਖ ਕੇ ਨਰੈਣ ਪਾਨੋ ਨੂੰ ਮੰਦਾ ਬੋਲਿਆ ਤੇ ਉਸਨੇ ਮੱਝ ਨੂੰ 5-7 ਮਾਰੀਆਂ। ਪਾਨੋ ਨੇ ਮਸਾਂ ਘਰ ਦਾ ਕੰਮ ਮੁਕਾਇਆ। ਫਿਰ ਉਹ ਨਰੈਣ ਦੀ ਮਾਂ ਦੇ ਸੰਦੂਕ ਵਿੱਚ ਪਈਆਂ ਚੀਜ਼ਾਂ ਨੂੰ ਫੋਲਦੀ ਸੀ। ਆਥਣ ਨੂੰ ਉਹ ਗੁਰਦੁਆਰੇ ਗਈ ਤੇ ਉੱਥੇ ਸੇਵਾ ਕੀਤੀ। ਹੌਲੀ ਤੁਰੀ ਆਉਂਦੀ ਪਾਨੋ ਬਚਨੀ ਨੂੰ ਥੱਕੀ ਬੱਕੀ ਪ੍ਰਤੀਤ ਹੋਈ ਤੇ ਉਹ ਇਸ ਦਾ ਕਾਰਨ ਵਿਆਹ ਦਾ ਕੰਮ ਸਮਝਦੀ ਸੀ। ਉਸਨੇ ਉਸ ਨੂੰ ਵਿਆਹ ਵਿੱਚ ਬੇਮਤਲਬ ਹੀ ਬਹੁਤਾ ਕੰਮ ਕਰਨ ਤੋਂ ਕੋਸਿਆ, ਪਰ ਪਾਨੋ ਨੇ ਆਪਣੇ ਸਰੀਰ ਦੀ ਕੋਈ ਚਿੰਤਾ ਨਾ ਜ਼ਾਹਰ ਕੀਤੀ। ਘਰ ਆ ਕੇ ਉਸਨੇ ਰੋਟੀ ਪਕਾਈ ਤੇ ਮਸਾਂ ਖਾਧੀ। ਫਿਰ ਉਸਨੇ ਚੱਕੀ ਉੱਪਰ ਮੱਝ ਦਾ ਦਾਣਾ ਦਲਣਾ ਸ਼ੁਰੂ ਕਰ ਦਿੱਤਾ, ਜਦਕਿ ਉਸਨੇ ਅੱਗੇ ਇਹ ਕੰਮ ਕਦੀ ਨਹੀਂ ਸੀ ਕੀਤਾ। ਨਰੈਣ ਨੇ ਆ ਕੇ ਉਸਨੂੰ ਇਹ ਕੰਮ ਕਰਨ ਤੋਂ ਰੋਕ ਦਿੱਤਾ ਤੇ ਉਹ ਉਸਦੀ ਤਬੀਅਤ ਠੀਕ ਨਾ ਦੇਖ ਕੇ ਉਸ ਲਈ ਦਵਾਈ ਲੈਣ ਚਲਾ ਗਿਆ। ਪਾਨੋ ਨੇ ਅਗਲੇ ਦਿਨ ਬੜੀ ਪਰੇਸ਼ਾਨੀ ਵਿੱਚ ਗੁਜ਼ਾਰੇ। ਉਹ ਹੁਣ 2 ਵੇਲੇ ਗੁਰਦੁਆਰੇ ਜਾਂਦੀ। ਇੱਕ ਦਿਨ ਉਸਨੇ ਵਾਗਲਾ ਸਾਫ਼ ਕਰਨ ਮਗਰੋਂ ਭਾਈ ਜੀ ਦੀ ਕੋਠੀ ਸੰਵਾਰੀ। ਭਾਈ ਜੀ ਨੇ ਉਸ ਦੀ ਗੁਰਦੁਆਰੇ ਨਾਲ ਪ੍ਰੀਤ ਦੀ ਪ੍ਰਸ਼ੰਸਾ ਕੀਤੀ ਤਾਂ ਇਹ ਜਾਣ ਕੇ ਕਿ ਉਸ ਦੇ ਕੋਈ ਬੱਚਾ ਨਹੀਂ, ਉਸ ਨੂੰ ਇੱਕ ਬਾਣੀ ਦੱਸੀ ਤੇ ਕਿਹਾ ਕਿ ਇਸ ਦੇ 7100 ਪਾਠ ਹਰ ਰੋਜ਼ ਕਰਨ ਨਾਲ ਸਾਰੇ ਕੰਮ ਸਿੱਧ ਹੋ ਜਾਣਗੇ। ਫਿਰ ਭਾਈ ਜੀ ਨੇ ਪ੍ਰਸ਼ਾਦ ਦੇਣ ਲੱਗਿਆਂ ਉਸ ਦੀ ਬਾਹ ਫੜ ਕੇ ਉਸ ਤੋਂ ਗੁਰੂ ਦਛਨਾ ਮੰਗੀ, ਪਰ ਬਾਹਰ ਖੂਹੀ ਉੱਤੇ ਡੋਲ ਖੜਕਣ ਉੱਤੇ ਉਸਨੇ ਉਸ ਦੀ ਬਾਹ ਛੱਡ ਦਿੱਤੀ। ਪਾਨੋ ਕਾਹਲੀ ਘਰ ਆ ਗਈ। ਰਸਤੇ ਵਿੱਚ ਉਸਦੇ ਇੱਕ ਸੂਲ ਵੱਜਣ ਕਾਰਨ ਲਹੂ ਵਗ ਤੁਰਿਆ।
ਘਰ ਆ ਕੇ ਉਸਨੇ ਰੋਟੀ ਪਕਾਈ ਤੇ ਜਦੋਂ ਨਰੈਣ ਰੋਟੀ ਖਾਣ ਲੱਗਾ ਤਾਂ ਉਸਨੇ ਥਾਲੀ ਵਗਾ ਕੇ ਮਾਰੀ ਕਿਉਂਕਿ ਦਾਲ ਵਿੱਚ ਲੂਣ ਬਹੁਤਾ ਸੀ। ਉਹ ਸੰਤੀ ਦਿਓ ਦਾਲ ਲੈਣ ਗਈ ਪਰ ਉਸਨੂੰ ਖਾਲੀ ਆਉਣਾ ਪਿਆ। ਇੰਨੇ ਨੂੰ ਨਰੈਣੇ ਨੇ ਚਾਹ ਰੱਖ ਦਿੱਤੀ। ਜਦੋਂ ਪਾਨੋ ਚਾਹ ਤਿਆਰ ਕਰਕੇ ਪਾਉਣ ਲੱਗੀ ਤਾਂ ਉਸ ਉਹਦੇ ਪੈਰਾਂ ਉੱਤੇ ਡੁੱਲ ਗਈ। ਨਰੈਣ ਨੇ ਉਸੇ ਵੇਲੇ 2 ਤੋਲਾਨ ਉਸਦੇ ਮੋਹਰਾਂ ਵਿੱਚ ਮਾਰ ਕੇ ਕਿਹਾ, ਸਾਲੀ ਕੰਜਰ ਦੀ ਨਾ ਹੋਵੇ ਤਾਂ ਸੂਰਤ ਖਾਨੀ ਕਿੱਥੇ ਗਈ ਰਹਿੰਦੀ ਐ। ਪਤਝੜ ਦੀ ਰੁੱਤ ਸੀ। ਪਾਨੋ ਹੋਰਾਂ ਨੇ ਨਵੀਂ ਮੱਝ ਲੈ ਆਂਦੀ ਸੀ ਜਿਸ ਦੇ ਮਗਰ ਕੱਟੀ ਸੀ। ਪਾਨੋ ਕਪਾਹ ਵੇਲ ਰਹੀ ਸੀ। ਇੰਨੇ ਨੂੰ ਨਰੈਣ ਆ ਗਿਆ ਤੇ ਉਸ ਕੋਲ ਬੈਠ ਕੇ ਚਿਲਮ ਪੀਣ ਲੱਗਾ। ਉਸਨੇ ਪਾਨੋ ਦੇ ਮੈਲੇ ਕੱਪੜੇ ਦੇਖ ਕੇ ਕਿਹਾ ਕਿ ਅੱਜ ਕੱਲ੍ਹ ਉਹ ਓਪਰੀ ਕਿਉਂ ਰਹਿੰਦੀ ਹੈ। ਉਸਨੇ ਕਿਹਾ ਕਿ ਉਸਨੂੰ ਜਾਪਦਾ ਹੈ ਕਿ ਉਸਦਾ ਦਿਲ ਪਿੱਛੇ ਹੀ ਰਹਿੰਦਾ ਹੈ ਤੇ ਉਹ ਉਸ ਨਾਲ ਗੁੱਸੇ ਰਹਿੰਦੀ ਹੈ। ਫਿਰ ਕੁਝ ਸਮੇਂ ਮਗਰੋਂ ਉਸਨੇ ਪਾਨੋ ਨੂੰ ਹਰੀਏ ਵਾਲੀ ਗੱਲ ਦੱਸਣੀ ਸ਼ੁਰੂ ਕੀਤੀ। ਉਸਨੇ ਕਿਹਾ ਕਿ ਉਹ ਬਸ ਇੱਕ ਬੱਚੇ ਦੀ ਖਾਤਰ ਉਸਦੀ ਸਾਲੀ ਨਾਲ ਵਿਆਹ ਦੀ ਗੱਲ ਕਰ ਰਿਹਾ ਹੈ, ਉਂਝ ਘਰ ਦੀ ਮੁਖਤਿਆਰ ਉਹੀ ਰਹੇਗੀ। ਪਾਨੋ ਚੁੱਪ ਰਹੀ। ਬਦਲਦੀ ਰੁੱਤ ਨਾਲ ਪਾਨੋ ਸੰਤੀ ਕੋਲ ਬੈਠੀ ਸੀ। ਉਸਨੇ ਉਸਨੂੰ ਆਪਣੇ ਕੁਝ ਭੁਲਾਵਿਆਂ ਤੇ ਸੁਪਨਿਆਂ ਦੀਆਂ ਗੱਲਾਂ ਸੁਣਾਈਆਂ। ਬਾਹਰ ਕਾਲੀ ਬੋਲੀ ਹਨੇਰੀ ਚੜੀ ਦੇਖ ਕੇ ਪਾਨੋ ਆਪਣੇ ਘਰ ਚਲੀ ਗਈ। ਫਿਰ ਜ਼ੋਰਦਾਰ ਹਨੇਰੀ ਸ਼ੁਰੂ ਹੋ ਗਈ। ਪਾਨੋ ਕੋਠੇ ਉੱਪਰ ਮੋਗਾ ਟੱਕ ਕੇ ਉਤਰਦੀ ਵਿਹੜੇ ਵਿੱਚ ਤੜਮ ਕਰਦੀ ਆ ਡਿੱਗੀ। ਬਚਨੀ ਤੇ ਸੰਤੀ ਨੱਠੀਆਂ ਨਾ ਆਈਆਂ। ਪਾਨੋ ਦੇ ਸਿਰ ਵਿੱਚੋਂ ਲਹੂ ਵਹਿਣ ਲੱਗ ਪਿਆ। ਪਾਨੋ ਨਿਢਾਲ ਪਈ ਸੀ। ਨਰੈਣ ਨੇ ਜਗਤ ਨੂੰ ਸ਼ਹਿਰੋਂ ਡਾਕਟਰ ਸੱਦਣ ਲਈ ਭੇਜ ਦਿੱਤਾ। ਨਰੈਣ ਨੇ ਡਾਕਟਰ ਅੱਗੇ ਪਾਨੋ ਨੂੰ ਬਚਾਉਣ ਦਾ ਤਰਲਾ ਕੀਤਾ। ਡਾਕਟਰ ਨੇ ਟੀਕਾ ਲਾਇਆ ਤੇ ਪਾਨੋ ਨੇ ਅੱਖਾਂ ਖੋਲੀਆਂ। ਉਸ ਦੇ ਪਾਣੀ ਮੰਗਣ ਤੇ ਸੰਤੀ ਨੇ ਉਸ ਦੇ ਮੂੰਹ ਵਿੱਚ ਪਾਣੀ ਪਾਇਆ। ਫਿਰ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਹ 1.5 ਮਹੀਨਾ ਪਈ ਰਹੀ ਤੇ ਨਰੈਣ ਉੱਥੇ ਰੋਜ਼ ਅਪੜਦਾ ਰਿਹਾ। ਪਾਨੋ ਨੇ ਉਸ ਦੀ ਰੋਟੀ ਦਾ ਫਿਕਰ ਕੀਤਾ। ਇੱਕ ਦਿਨ ਸੰਤੀ ਉਸ ਨੂੰ ਮਿਲਣ ਆਈ ਤੇ ਕੁਝ ਕਹਿੰਦਿਆਂ ਝਿਜਕ ਗਈ। ਜਦੋਂ ਪਾਨੋ ਹਸਪਤਾਲੋਂ ਘਰ ਆਈ ਤਾਂ ਉਸਨੇ ਦੇਖਿਆ ਕਿ ਅੱਗੇ ਹਰੀਏ ਦੀ ਸਾਲੀ ਭਾਗਵੰਤੀ ਚੱਲ ਕੋਲ ਬੈਠੀ ਰੋਟੀ ਪਕਾ ਰਹੀ ਸੀ। ਪਾਨੋ ਅਲਾਣੀ ਮੰਜੀ ਉੱਤੇ ਟੇਢੀ ਹੋ ਗਈ। ਨਰੈਣ ਦੇ ਪੁੱਛਣ ਤੇ ਪਾਨੋ ਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਉਸਨੇ ਪਾਣੀ ਪੀਣ ਲਈ ਗਲਾਸ ਚੁੱਕਿਆ। ਭਾਗਵੰਤੀ ਨੇ ਉਸ ਦੇ ਹੱਥੋਂ ਗਲਾਸ ਫੜ ਕੇ ਬਚਨੀ ਦੇ ਪੰਪ ਤੋਂ ਤਾਜ਼ਾ ਪਾਣੀ ਲਿਆ ਦਿੱਤਾ। ਫਿਰ ਭਾਗਵੰਤੀ ਨੇ ਨਰੈਣ ਨੂੰ ਬੜੇ ਰੱਖੇ ਸ਼ਬਦਾਂ ਨਾਲ ਹੱਟੀ ਤੋਂ ਸਾਬਣ ਲਿਆਉਣ ਲਈ ਭੇਜ ਦਿੱਤਾ। ਉਸ ਦੇ ਜਾਣ ਮਗਰੋਂ ਭਾਗਵੰਤੀ ਨੇ ਇੱਕ ਚਿੜੀ ਦੇ ਆਲਣੇ ਨੂੰ ਡੇਗਿਆ ਤੇ ਫਿਰ ਇੱਕ ਕੁੱਤੀ ਨੂੰ ਕੁੱਟ ਕੇ ਕੱਢਿਆ। ਪਾਨੋ ਨੇ ਉਸ ਨੂੰ ਅਜਿਹਾ ਨਾ ਕਰਨ ਲਈ ਕਿਹਾ। ਇੰਨੇ ਨੂੰ ਨਰੈਣ ਵਾਪਸ ਆ ਗਿਆ। ਭਾਗਵੰਤੀ ਨੇ ਉਸ ਦੇ ਹੱਥ ਚਾਹ ਦਾ ਗਲਾਸ ਫੜਾਇਆ। ਉਸ ਨੇ ਜਦੋਂ ਕਿਹਾ ਕਿ ਉਹ ਪਾਨੋ ਨੂੰ ਵੀ ਦੋਵੇਂ ਤਾਂ ਭਾਗਵੰਤੀ ਨੇ ਕਿਹਾ ਕਿ ਉਹ ਨਹੀਂ ਪੀਣੀ ਚਾਹੁੰਦੀ। ਜਦੋਂ ਨਰੈਣ ਨੇ ਆਪਣਾ ਗਲਾਸ ਪਾਨੋ ਵੱਲ ਕੀਤਾ ਤਾਂ ਉਸਨੇ ਫੜ ਲਿਆ। ਨਰੈਣ ਨੇ ਕਿਹਾ ਕਿ ਉਸ ਨੂੰ ਪਤੀ ਪਰਮੇਸ਼ਵਰ ਦਾ ਹੁਕਮ ਮੰਨਣਾ ਚਾਹੀਦਾ ਹੈ ਪਰ ਭਾਗਵੰਤੀ ਨੇ ਇਸ ਗੱਲ ਦਾ ਮਖੌਲ ਉਡਾਇਆ। ਫਿਰ ਉਸ ਦੇ ਕਹਿਣ ਤੇ ਨਰੈਣ ਮੋਚੀ ਤੋਂ ਭਾਗਵੰਤੀ ਦੀ ਨਵੀਂ ਜੁੱਤੀ ਲੈਣ ਲਈ ਤੁਰ ਪਿਆ ਅਤੇ ਉਸਨੇ ਪਾਨੋ ਨੂੰ ਵੀ ਆਪਣਾ ਨਾਪ ਦੇਣ ਲਈ ਕਿਹਾ ਪਰ ਉਸਨੇ ਕਿਹਾ ਕਿ ਉਸ ਕੋਲ ਜੁੱਤੀ ਹੈ। ਰਾਤ ਨੂੰ ਪਾਨੋ ਦੁਬਾਰੇ ਵਿੱਚ ਸੁੱਤੀ ਅਤੇ ਨਰੈਣ ਤੇ ਭਾਗਵੰਤੀ ਗਈ ਰਾਤ ਤੱਕ ਗੱਲਾਂ ਕਰਦੇ ਤੇ ਹੱਸਦੇ ਰਹੇ। ਕੁਝ ਮਹੀਨਿਆਂ ਮਗਰੋਂ ਪਾਨੋ ਕਿਸੇ ਮਰਗ ਉੱਤੇ ਬੈਠਣ ਲਈ ਜਾ ਰਹੀ ਸੀ ਤਾਂ ਨਰੈਣ ਨੇ ਇਤਰਾਜ਼ ਕੀਤਾ ਕਿ ਜਦੋਂ ਉਹ ਘਰ ਆਉਂਦਾ ਹੈ ਤਾਂ ਉਹ ਘਰੋਂ ਬਾਹਰ ਤੁਰ ਪੈਂਦੀ ਹੈ। ਭਾਗਵੰਤੀ ਨੇ ਕਿਹਾ ਕਿ ਪਾਨੋ ਘਰ ਦਾ ਕੰਮ ਨਹੀਂ ਕਰਦੀ, ਸਗੋਂ ਸਾਰਾ ਕੰਮ ਉਸਨੂੰ ਹੀ ਕਰਨਾ ਪੈਂਦਾ ਹੈ। ਨਰੈਣ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਕਿਹਾ ਕਿ ਭਾਗਵੰਤੀ ਉਸਨੂੰ ਜਿੰਨਾ ਕੰਮ ਕਹੇ ਉਹ ਕਰ ਦਿੰਦੀ ਹੈ। ਭਾਗਵੰਤੀ ਨੇ ਉਸ ਨੂੰ ਕਿਹਾ ਕਿ ਜਦੋਂ ਉਹ ਘਰ ਨਹੀਂ ਹੁੰਦਾ ਤਾਂ ਉਹ ਕਦੇ ਗੀਤ ਗਾਉਣ ਲੱਗ ਪੈਂਦੀ ਹੈ ਤੇ ਕਦੀ ਰੋਣ ਲੱਗ ਪੈਂਦੀ ਹੈ ਜਾਂ ਉਹ ਸੰਤੀ ਨਾਲ ਚੁਗਲੀਆਂ ਕਰਨ ਵਿੱਚ ਲੱਗੀ ਰਹਿੰਦੀ ਹੈ। ਉਸ ਨੇ ਕਿਹਾ ਕਿ ਉਸ ਤੋਂ ਉਸ ਦਾ ਗੁਲਾਮਪੁਣਾ ਨਹੀਂ ਹੁੰਦਾ। ਉਸ ਨੇ ਦੱਸਿਆ ਕਿ ਪਰਸੋਂ ਜਦੋਂ ਉਹ ਉਸ ਦੇ ਕਹੇ ਚੁੱਲ੍ਹੇ ਕੋਲ ਬੈਠੀ ਸੀ ਤਾਂ ਉਸ ਦੇ ਕੋਲ ਹੀ ਕੁੱਤਾ ਦੁੱਧ ਪੀ ਵੀ ਜਾਂਦਾ ਸੀ। ਨਰੈਣ ਨੇ ਕਿਹਾ ਕਿ ਸਿਰ ਦੀ ਸੱਟ ਕਰਕੇ ਉਸ ਦੀ ਹਾਲਤ ਕਮਲੀਆਂ ਵਰਗੀ ਹੋ ਗਈ ਹੈ। ਇਸੇ ਸਮੇਂ ਹੀ ਪਾਨੋ ਮੱਝ ਦਾ ਥਾਂ ਸਵਾਰ ਕੇ ਤੇ ਗਲਾਸ ਚੁੱਕ ਕੇ ਘੜੇ ਵਿੱਚੋਂ ਪਾਣੀ ਪਾਉਣ ਲੱਗੀ।
ਭਾਗਵੰਤੀ ਨੇ ਉਸ ਨੂੰ ਹੱਥ ਧੋਤੇ ਬਿਨਾਂ ਗਲਾਸ ਚੁੱਕਣ ਤੇ ਕੜੇ ਨੂੰ ਹੱਥ ਲਾਉਣ ਤੋਂ ਵਰਜਿਆ। ਪਾਨੋ ਬਚਨੋਂ ਦੇ ਪੰਪ ਤੋਂ ਤਸਲੇ ਵਿੱਚ ਪਾਣੀ ਲਿਆ ਕੇ ਕਿੰਨਾ ਚਿਰ ਹੀ ਹੱਥ ਧੋਂਦੀ ਰਹੀ। ਇਹ ਦੇਖ ਕੇ ਨਰੈਣ ਖਿਜਿਆ। ਇਹਨਾਂ ਦਿਨਾਂ ਵਿੱਚ ਹੀ ਭਾਗਵੰਤੀ ਦੇ ਮੁੰਡਾ ਹੋ ਗਿਆ। ਪਾਨੋ ਖੁਸ਼ ਸੀ ਕਿ ਨਾਈ ਲੱਗ ਗਈ ਹੈ। ਸੰਤੀ ਨੇ ਪਾਨੋ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਜੇ ਉਸ ਦੇ ਬੱਚਾ ਹੋ ਜਾਂਦਾ ਤਾਂ ਕਿੰਨਾ ਚੰਗਾ ਸੀ। ਹੁਣ ਤਾਂ ਭਾਗਵੰਤੀ ਘਰ ਦੀ ਮਾਲਕਣ ਬਣ ਗਈ ਹੈ ਤੇ ਉਸਨੇ ਤਾਂ ਵਿਆਹ ਵੀ ਪੰਚਾਇਤ ਵਿੱਚ ਕਾਗਜ਼ ਉੱਪਰ ਅੰਗੂਠਾ ਲਵਾ ਕੇ ਕਰਾਇਆ ਸੀ, ਜਦਕਿ ਪਾਨੇ ਨੇ ਅਜਿਹਾ ਨਹੀਂ ਸੀ ਕੀਤਾ। ਹੁਣ ਤਾਂ ਉਹ ਘਰ ਦੀ ਮਾਲਕਣ ਬਣ ਗਈ ਹੈ। ਪਾਨੋ ਨੇ ਦੱਸਿਆ ਕਿ ਨਰੈਣ ਨੇ ਉਸ ਨੂੰ ਮੁੰਡੇ ਹੋਏ ਦੀ ਛਾਪ ਕਰਾ ਕੇ ਦਿੱਤੀ ਹੈ। ਉਸ ਨੇ ਦੱਸਿਆ ਕਿ ਉਹਨਾਂ ਦੇ ਬੈਂਕ ਵਿੱਚ 1540 ਰੁਪਏ ਵੀ ਜਮ੍ਹਾਂ ਹਨ ਤੇ ਨਾਲ ਹੀ ਗਹਿਣੇ ਪਈ ਜ਼ਮੀਨ ਵੀ ਛੁਡਾ ਲਈ ਹੈ ਤਾਂ ਜੋ ਮੁੰਡੇ ਨੂੰ ਵੱਡਾ ਹੋ ਕੇ ਮੈਣੇ ਨਾ ਸੁਣਨੇ ਪੈਣ। ਸੰਤੀ ਦੀ ਗੱਲ ਠੀਕ ਨਿਕਲੀ ਕਿ ਮੁੰਡਾ ਹੋਣ ਮਗਰੋਂ ਭਾਗਵੰਤੀ ਹੋਰ ਦੀ ਹੋਰ ਹੋ ਗਈ। ਹੁਣ ਤਾਂ ਉਹ ਨਰੈਣ ਨਾਲ ਵੀ ਆਕੜ ਪੈਂਦੀ। ਇੱਕ ਦਿਨ ਨਹਾਉਣ ਸਮੇਂ ਪਾਨੋ ਦੇ ਹੱਥੋਂ ਕਾਲਾ ਮੁੰਡਾ ਛੁੱਟ ਗਿਆ ਤਾਂ ਭਾਗਵੰਤੀ ਨੇ ਉਸ ਤੇ ਧੌਲ ਮਾਰੀ। ਇੱਕ ਦਿਨ ਰਾਤ ਨੂੰ ਕਾਲਾ ਰੋ ਰਿਹਾ ਸੀ। ਪਾਨੋ ਨੇ ਥੱਲੇ ਉਤਰ ਕੇ ਕੁੰਡਾ ਖੜਕਾ ਕੇ ਮੁੰਡਾ ਵਰਾਉਣ ਲਈ ਮੰਗਿਆ ਪਰ ਭਗਵੰਤੀ ਨੇ ਉਸ ਨੂੰ ਨਾ ਦਿੱਤਾ। ਪਾਨੋ ਨੂੰ ਰਾਤ ਨੀਂਦ ਨਾ ਆਈ। ਕਾਲਾ ਅਗਲੇ ਦਿਨ ਵੀ ਰੋਂਦਾ ਰਿਹਾ। ਬਚਨੀ ਨੇ ਕਿਹਾ ਕਿ ਉਸ ਨੂੰ ਨਜ਼ਰ ਲੱਗ ਗਈ ਹੈ। ਭਾਗਵੰਤੀ ਨੇ ਕਿਹਾ ਕਿ ਉਸ ਨੂੰ ਪਾਨੋ ਦੀ ਨਜ਼ਰ ਲੱਗੀ ਹੈ। ਬਚਨੀ ਨੇ ਗੱਲ ਨੂੰ ਹੋਰ ਚੁੱਕ ਦਿੱਤਾ ਕਿ ਔਂਤ ਪ੍ਰੇਤ ਦੀ ਨਜ਼ਰ ਬਹੁਤ ਮਾੜੀ ਹੁੰਦੀ ਹੈ ਤੇ ਉਹ ਮੁੰਡਾ ਪਾਨੋ ਨੂੰ ਨਾ ਫੜਾਇਆ ਕਰੇ। ਮੁੰਡਾ ਕਈ ਦਿਨ ਰੋਂਦਾ ਰਿਹਾ। ਭਾਗਵੰਤੀ ਪਾਨੋ ਨਾਲ ਬਹੁਤ ਬੁਰਾ ਸਲੂਕ ਕਰਦੀ ਰਹੀ ਤੇ ਨਰੈਣ ਦੀ ਵੀ ਲਾਪਾਹ ਕਰ ਦਿੰਦੀ। ਪਾਨੋ ਨੂੰ ਜਾਪਦਾ ਸੀ ਕਿ ਘਰ ਵਿੱਚ ਕੋਈ ਡਾਢਾ ਝਗੜਾ ਪਿਆ ਸੀ। ਇੱਕ ਦਿਨ ਭਾਗਵੰਤੀ ਨੇ ਦੁਹੱਥੜਾ ਮਾਰ ਕੇ ਆਪਣੇ ਸਿਰ ਨੂੰ ਪਿੱਟਿਆ ਵੀ। ਉਸ ਦਿਨ ਘਰ ਵਿੱਚ ਰੋਟੀ ਨਾ ਪੱਕੀ। ਭਾਗਵੰਤੀ ਨੇ ਪਾਨੋ ਨੂੰ ਵੀ ਰੋਟੀ ਨਾ ਪਕਾਉਣ ਦਿੱਤੀ। ਦਿਨ ਡੁੱਬਦੇ ਨੂੰ ਨਰੈਣ ਆ ਕੇ ਪਾਨੋ ਦੇ ਮੰਜੇ ਉੱਪਰ ਬੈਠ ਗਿਆ ਤੇ ਉਸ ਨਾਲ ਭਾਗਵੰਤੀ ਦੇ ਬੁਰੇ ਸਲੂਕ ਉੱਤੇ ਦੁੱਖ ਪ੍ਰਗਟ ਕੀਤਾ। ਪਾਨੋ ਨੇ ਕਾਲੇ ਲਈ ਮੋਹ ਪ੍ਰਗਟ ਕੀਤਾ। ਨਰੈਣ ਨੇ ਦੱਸਿਆ ਕਿ ਉਹ ਕਹਿੰਦੀ ਹੈ ਕਿ ਉਸਨੇ ਪੇਕਿਆਂ ਦੇ ਚਲੀ ਜਾਣਾ ਹੈ ਤੇ ਮੁੜ ਕੇ ਨਹੀਂ ਆਉਣਾ। ਉਸ ਨੂੰ ਡਰ ਹੈ ਕਿ ਉਸ ਦੇ ਮਾਪੇ ਉਸ ਨੂੰ ਕਿਸੇ ਹੋਰ ਪਾਸੇ ਨਾ ਵੇਚ ਦੇਣ। ਉਸ ਨੇ ਦੱਸਿਆ ਕਿ ਉਹ ਮੁੰਡਾ ਲੈ ਕੇ ਸੱਚਮੁੱਚ ਜਾਣ ਲਈ ਤਿਆਰ ਹੈ ਤੇ ਕਹਿੰਦੀ ਹੈ ਕਿ ਘਰ ਵਿੱਚ ਜਾਂ ਪਾਨੋ ਰਹੇਗੀ ਜਾਂ ਉਹ। ਨਰੈਣ ਨੇ ਕਿਹਾ ਕਿ ਜੇਕਰ ਉਸ ਦੇ ਮੁੰਡਾ ਨਾ ਹੁੰਦਾ ਤਾਂ ਉਹ ਉਸ ਨੂੰ ਘਰੋਂ ਕੱਢ ਦਿੰਦਾ, ਪਰ ਹੁਣ ਉਹ ਉਸ ਨੂੰ ਘਰੋਂ ਕੱਢਣ ਤੇ ਮਜਬੂਰ। ਨਰੈਣ ਨੇ ਪਾਨੋ ਨੂੰ ਕਿਹਾ ਕਿ ਉਹ ਉਸ ਨੂੰ ਚਾਹੁੰਦੇ ਦੇ ਫੱਤੇ ਦੇ ਘਰ ਵਸਾ ਦੇਣਾ ਚਾਹੁੰਦਾ ਹੈ ਜਿਸ ਨੇ ਕਿ ਉਸ ਨੂੰ ਪਸੰਦ ਕੀਤਾ ਹੋਇਆ ਹੈ। ਉਸ ਨੇ ਕਿਹਾ ਕਿ ਉਹ ਉਸ ਦੇ ਸੁੱਖ ਦੀ ਖਾਤਰ ਇਹ ਗੱਲ ਕਰਨ ਲਈ ਤਿਆਰ ਹੋ ਰਿਹਾ ਹੈ। ਇਹ ਸੁਣ ਕੇ ਪਾਨੋ ਸੁੰਨ ਜਿਹੀ ਹੋ ਗਈ। ਨਰੈਣ ਨੇ ਕਿਹਾ ਕਿ ਫੱਤਾ ਨੇਕ ਆਦਮੀ ਹੈ ਤੇ ਉਹ ਆਪ ਵੀ ਉਸ ਨੂੰ ਮਿਲਣ ਲਈ ਚਾਹੁੰਦੇ ਜਾਂਦਾ ਰਿਹਾ ਕਰੇਗਾ। ਪਾਨੋ ਗੁੰਮ-ਸੁੰਮ ਰਹੀ। ਅਗਲੇ ਦਿਨ ਪਾਨੋ ਕੋਈ ਕੰਮ ਕਰਨ ਲਈ ਹੇਠਾਂ ਨਾ ਉਤਰੀ। ਫਿਰ ਭਾਗਵੰਤੀ ਦੇ ਆਵਾਜ਼ ਮਾਰਨ ਤੇ ਉਹ ਹੇਠਾਂ ਉਤਰੀ ਤੇ 2 ਘੁੱਟ ਚਾਹ ਪੀ ਕੇ ਉਸਨੇ ਛਾਪ ਭਾਗਵੰਤੀ ਦੇ ਹਵਾਲੇ ਕਰ ਦਿੱਤੀ। ਦੁਪਹਿਰੇ ਫੱਤਾ ਆ ਗਿਆ। ਨਰੈਣ ਫੱਤੇ ਅਮਲੀ ਨੂੰ ਖੂਹ ਤੇ ਲੈ ਕੇ ਤੁਰ ਪਿਆ ਤੇ ਪਾਨੋ ਨੂੰ ਉੱਥੇ ਆਉਣ ਲਈ ਕਹਿ ਗਿਆ। ਪਾਨੋ ਬੌਂਦਲਿਆਂ ਵਾਂਗ ਅੰਦਰ ਬਾਹਰ ਘੁੰਮਦੀ ਰਹੀ। ਭਾਗਵੰਤੀ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਉਸ ਦੇ ਨਾਲ ਲਿਜਾਣ ਲਈ ਰੋਟੀ ਬਣਾ ਦੇਵੇ, ਪਰ ਪਾਨੋ ਨੇ ਇਨਕਾਰ ਕਰ ਦਿੱਤਾ। ਭਾਗਵੰਤੀ ਨੇ ਕਿਹਾ ਕਿ ਉਹ ਖੂਹ ਤੇ ਜਾਵੇ ਕਿਉਂਕਿ ਉੱਥੇ ਉਹ ਉਸ ਨੂੰ ਉਡੀਕ ਰਹੇ ਹੋਣਗੇ। ਪਾਨੋ ਨੇ ਕਾਲੇ ਦਾ ਸਿਰ ਪਲੋਸਿਆ ਤੇ ਕਿਹਾ, ਮੈਂ ਜਾਨੀਆ ਪੁੱਤ। ਗਲੀ ਵਿੱਚ ਪਹੁੰਚ ਕੇ ਉਸਨੇ ਮੁੜ ਕੇ ਘਰ ਵੱਲ ਦੇਖਿਆ। ਉਹ ਸੰਤੀ ਦੇ ਬੂਹੇ ਮਹਰਿਓਂ ਦੀ ਲੰਘ ਗਈ। ਉਹ ਬਿਨਾਂ ਘੱਗਰੇ ਤੋਂ ਤੇ ਬਿਨਾਂ ਕੁੰਡ ਕੱਢਿਆਂ ਪਰਦੇਸਨਾਨ ਵਾਂਗ ਸੱਥ ਵਿੱਚੋਂ ਦੀ ਲੰਘਦੀ ਜਾ ਰਹੀ ਸੀ।